24 ਅਕਤੂਬਰ ਸੰਨ 2019 ਗੁਰਪ੍ਰੀਤ ਸਿੰਘ ਪੰਜਾਬੀ ਰੇਡੀਓ USA ਤੇ ਅਪਡੇਟ ਕੈਨੇਡਾ ਲੈ ਕੇ ਹਾਜ਼ਰ ਹੈ। ਪੇਸ਼ ਨੇ ਹੁਣ ਤੱਕ ਦੀਆਂ ਖਾਸ ਖਬਰਾਂ। ਜਸਟਿਨ ਟਰੂਡੋ ਵੱਲੋਂ ਆਪਣੇ ਬਲਬੂਤੇ ਤੇ ਹੀ ਘੱਟ ਗਿਣਤੀ ਸਰਕਾਰ ਚਲਾਉਣ ਦਾ ਐਲਾਨ। ਜਗਮੀਤ ਸਿੰਘ ਦੀ ਤਾਰੀਫ ਕਰਨ ਲਈ ਗੁਰਮੇਰ ਕੌਰ ਤੇ ਸੱਜੇ ਪੱਖੀ ਕਾਰਕੁਨਾਂ ਵੱਲੋਂ ਹਮਲੇ ਸ਼ੁਰੂ। ਪੱਛਮੀ ਕੈਨੇਡਾ ਦੇ ਵਿੱਚ ਵੱਖਵਾਦ ਦੀਆਂ ਸੁਰਾਂ ਉੱਠਣ ਲੱਗੀਆਂ। ਹੁਣ ਖਬਰਾਂ ਦਾ ਵਿਸਥਾਰ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਐਲਾਨ ਕਰ ਦਿੱਤਾ ਹੈ ਕਿ ਉਹ ਆਪਣੇ ਬਲਬੂਤੇ ਤੇ ਹੀ ਘੱਟ ਗਿਣਤੀ ਸਰਕਾਰ ਚਲਾਉਣਗੇ। ਜਸਟਿਨ ਟਰੂਡੋ ਨੇ ਫੈਡਰਲ ਚੋਣ ਜਿੱਤਣ ਤੋਂ ਪਿੱਛੋਂ ਆਪਣੀ ਪਹਿਲੀ ਪ੍ਰੈਸ ਮਿਲਣੀ ਦੌਰਾਨ ਸਪਸ਼ਟ ਕਰ ਦਿੱਤਾ ਹੈ ਕਿ ਉਹਨਾਂ ਦੀ ਪਾਰਟੀ ਵੱਲੋਂ ਗੱਠਜੋੜ ਬਣਾਉਣ ਦਾ ਕੋਈ ਮਨਸੂਬਾ ਨਹੀਂ ਹੈ। ਉਹਨਾਂ ਨੇ ਸਪਸ਼ਟ ਸ਼ਬਦਾਂ ਵਿੱਚ ਕਿਹਾ ਕਿ ਸਾਡੀ ਪਾਰਟੀ ਆਪਣੇ ਤੌਰ ਤੇ ਹੀ ਸਰਕਾਰ ਚਲਾਵੇਗੀ। ਉਹਨਾਂ ਦਾ ਕਹਿਣਾ ਹੈ ਕਿ ਉਹ ਵੱਖ-ਵੱਖ ਸਿਆਸੀ ਪਾਰਟੀਆਂ ਦੇ ਨੇਤਾਵਾਂ ਨਾਲ ਗੱਲਬਾਤ ਜ਼ਰੂਰ ਕਰਨਗੇ ਅਤੇ ਜਾਣਨਾ ਚਾਹਣਗੇ ਕਿ ਉਹ ਕੀ ਚਾਹੁੰਦੇ ਨੇ, ਪਰੰਤੂ ਫਿਲਹਾਲ ਲਿਬਰਲ ਪਾਰਟੀ ਦਾ ਕਿਸੇ ਹੋਰ ਪਾਰਟੀ ਨਾਲ ਰਲ ਕੇ ਸਰਕਾਰ ਚਲਾਉਣ ਦਾ ਕੋਈ ਇਰਾਦਾ ਨਹੀਂ ਹੈ ਅਤੇ ਪਾਰਟੀ ਆਪਣੇ ਤੌਰ ਤੇ ਹੀ ਸਰਕਾਰ ਚਲਾਵੇਗੀ। ਇਸ ਨਾਲ NDP ਦੇ ਕੌਮੀ ਨੇਤਾ ਜਗਮੀਤ ਸਿੰਘ ਨੂੰ ਵੱਡਾ ਝਟਕਾ ਲੱਗਾ ਹੈ। ਜਗਮੀਤ ਸਿੰਘ ਆਸ ਲਾਈ ਬੈਠੇ ਸਨ ਕਿ ਲਿਬਰਲ ਪਾਰਟੀ ਲੰਗੜੀ ਸਰਕਾਰ ਚਲਾਉਣ ਲਈ ਉਹਨਾਂ ਦੀ ਪਾਰਟੀ ਤੋਂ ਸਹਿਯੋਗ ਲਵੇਗੀ ਅਤੇ ਉਹ ਉਹਨਾਂ ਤੋਂ ਆਪਣੀਆਂ ਕਈ ਗੱਲਾਂ ਮਨਵਾ ਸਕਣਗੇ, ਪਰੰਤੂ ਅਜਿਹਾ ਨਾ ਹੋ ਸਕਿਆ, ਜਿਸ ਨਾਲ ਉਹਨਾਂ ਦੀਆਂ ਸਕੀਮਾਂ ਧਰੀਆਂ ਧਰਾਈਆਂ ਰਹਿ ਗਈਆਂ ਨੇ। ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਉਹਨਾਂ ਦੀ ਪਾਰਟੀ ਇਸ ਗੱਲ ਲਈ ਵਚਨਬੱਧ ਹੈ ਕਿ ਟਰਾਂਸ ਮਾਊਂਟੇਨ ਪਾਈਪਲਾਈਨ ਕੱਢੀ ਜਾਵੇ। ਇਸ ਪਾਈਪਲਾਈਨ ਦਾ ਵਾਤਾਵਰਣ ਪ੍ਰੇਮੀ ਤੇ ਮੂਲ ਵਾਸੀ ਲੰਮੇ ਸਮੇਂ ਤੋਂ ਵਿਰੋਧ ਕਰਦੇ ਆ ਰਹੇ ਨੇ। ਉਹਨਾਂ ਦਾ ਕਹਿਣਾ ਹੈ ਕਿ ਇਸ ਦਾ ਵਾਤਾਵਰਣ 'ਤੇ ਭੈੜਾ ਅਸਰ ਪਵੇਗਾ ਹੀ, ਇਸ ਨਾਲ ਮੂਲ ਵਾਸੀਆਂ ਦਾ ਜੀਵਨ ਨਿਰਬਾਹ ਵੀ ਪ੍ਰਭਾਵਿਤ ਹੋਵੇਗਾ ਅਤੇ ਗ੍ਰੀਨ ਪਾਰਟੀ ਤੇ NDP ਦੋਨੇ ਹੀ ਇਸ ਪਾਈਪਲਾਈਨ ਦਾ ਵਿਰੋਧ ਕਰਦੀਆਂ ਆ ਰਹੀਆਂ ਨੇ। ਜਸਟਿਨ ਟਰੂਡੋ ਨੂੰ ਉਮੀਦ ਹੈ ਕਿ ਇਸ ਮਸਲੇ ਦੇ ਵਿੱਚ ਵਿਰੋਧੀ ਧਿਰ ਟੋਰੀ ਪਾਰਟੀ ਦੀ ਵੀ ਉਹਨਾਂ ਦਾ ਸਾਥ ਦੇਵੇਗੀ, ਜਿਸ ਕਾਰਨ ਉਹਨਾਂ ਸਪਸ਼ਟ ਸ਼ਬਦਾਂ ਵਿੱਚ ਕਹਿ ਦਿੱਤਾ ਹੈ ਕਿ ਉਹਨਾਂ ਦੀ ਸਰਕਾਰ ਇਸ ਪ੍ਰੋਜੈਕਟ ਨੂੰ ਪਹਿਲ ਦੇਵੇਗੀ। ਭਾਰਤ ਦੀ ਚਰਚੇ ਦੇ ਵਿਦਿਆਰਥੀ ਕਾਰਕੁਨ ਅਤੇ ਲੇਖਕ ਗੁਰਮੇਰ ਕੌਰ ਨੂੰ ਜਗਮੀਤ ਸਿੰਘ ਦੀ ਤਾਰੀਫ ਮਹਿੰਗੀ ਪੈ ਗਈ ਹੈ। ਗੁਰਮੇਰ ਕੌਰ ਨੇ ਟਵਿੱਟਰ ਤੇ ਜਾ ਕੇ ਜਗਮੀਤ ਸਿੰਘ ਦੀ ਤਾਰੀਫ ਕੀਤੀ ਸੀ। ਉਸਨੇ ਕਿਹਾ ਸੀ ਕਿ ਜਗਮੀਤ ਸਿੰਘ ਸਾਡੇ ਪ੍ਰੇਰਨਾ ਸਰੋਤ ਨੇ। ਉਸਨੇ ਇੰਨਾ ਹੀ ਕਿਹਾ ਸੀ ਕਿ ਸੱਜੇ ਪੱਖੀ ਕਾਰਕੁਨਾਂ ਨੇ ਉਸ ਉੱਪਰ ਹਮਲੇ ਸ਼ੁਰੂ ਕਰ ਦਿੱਤੇ ਅਤੇ ਉਸ ਨੂੰ ਖਾਲਿਸਤਾਨੀ ਵੀ ਗਰਦਾਨ ਦਿੱਤਾ ਅਤੇ ਭੱਦੇ ਕਮੈਂਟ ਕੀਤੇ ਗਏ। ਗੁਰਮੇਰ ਕੌਰ ਪਹਿਲਾਂ ਵੀ ਸੱਜੇ ਪੱਖੀਆਂ ਨੂੰ ਰੜਕਦੀ ਆਈ ਹੈ। ਗੁਰਮੇਰ ਕੌਰ ਨੇ ਕਿਸੇ ਵੇਲੇ ਭਾਰਤ ਦੀਆਂ ਯੂਨੀਵਰਸਿਟੀਆਂ ਵਿੱਚ ਖੱਬੇ ਪੱਖੀ ਵਿਦਿਆਰਥੀਆਂ ਦੀ ਹੋ ਰਹੀ ਘੇਰਾਬੰਦੀ ਨੂੰ ਲੈ ਕੇ ਇਤਰਾਜ਼ ਪ੍ਰਗਟਾਏ ਸਨ ਅਤੇ ਭਾਰਤ ਪਾਕਿਸਤਾਨ ਦੇ ਵਿਚਾਲੇ ਸ਼ਾਂਤੀ ਦਾ ਸੁਨੇਹਾ ਦਿੱਤਾ ਸੀ। ਇਸ ਗੱਲ ਨੂੰ ਲੈ ਕੇ ਸੱਜੇ ਪੱਖੀ ਕਾਫੀ ਤੜਫੇ ਸਨ ਅਤੇ ਉਹਨਾਂ ਨੇ ਗੁਰਮੇਰ ਕੌਰ 'ਤੇ ਹਮਲੇ ਕੀਤੇ ਸਨ ਅਤੇ ਉਸ ਦੇ ਬਾਰੇ ਭੱਦੀਆਂ ਸ਼ਬਦਾਵਲੀਆਂ ਵਰਤੀਆਂ ਸਨ। ਗੁਰਮੇਰ ਕੌਰ ਦੇ ਪਿਤਾ ਫੌਜ ਵਿੱਚ ਸਨ ਅਤੇ ਇੱਕ ਅੱਤਵਾਦੀ ਹਮਲੇ ਵਿੱਚ ਮਾਰੇ ਗਏ ਸਨ। ਬਾਵਜੂਦ ਉਸਦੇ ਗੁਰਮੇਰ ਕੌਰ ਨੂੰ ਦੇਸ਼ ਵਿਰੋਧੀ ਵੀ ਕਹਿ ਦਿੱਤਾ ਗਿਆ ਸੀ ਅਤੇ ਹੁਣ ਉਸ ਨੂੰ ਖਾਲਿਸਤਾਨੀ ਕਿਹਾ ਜਾ ਰਿਹਾ ਹੈ। ਸੱਜੇ ਪੱਖੀ ਕਾਰਕੁਨ ਲੰਮੇ ਸਮੇਂ ਤੋਂ ਜਗਮੀਤ ਸਿੰਘ ਨੂੰ ਖਾਲਿਸਤਾਨੀ ਗਰਦਾਨਦੇ ਆਏ ਨੇ। ਜਗਮੀਤ ਸਿੰਘ ਦਾ ਕਸੂਰ ਇਹ ਹੈ ਕਿ ਉਹਨਾਂ ਨੇ ਹਮੇਸ਼ਾ ਵੱਖ-ਵੱਖ ਕੌਮਾਂ ਨੂੰ ਸਵੈ ਨਿਰਣਾ ਦਾ ਅਧਿਕਾਰ ਦਿੱਤੇ ਜਾਣ ਦੀ ਵਕਾਲਤ ਕੀਤੀ ਹੈ ਅਤੇ 1984 ਦੇ ਸਿੱਖ ਵਿਰੋਧੀ ਕਤਲੇਆਮ ਦੇ ਪੀੜਤਾਂ ਨੂੰ ਇਨਸਾਫ ਦਿਵਾਉਣ ਲਈ ਲੰਮੇ ਸਮੇਂ ਤੋਂ ਲੜਾਈ ਲੜਦੇ ਆ ਰਹੇ ਨੇ। ਇੱਥੋਂ ਤੱਕ ਕਿ ਭਾਰਤ ਸਰਕਾਰ ਨੇ ਉਹਨਾਂ ਨੂੰ ਵੀਜ਼ਾ ਦੇਣ ਤੋਂ ਵੀ ਇਨਕਾਰ ਕਰ ਦਿੱਤਾ ਸੀ ਅਤੇ ਜਿਸ ਦੇ ਮੱਦੇਨਜ਼ਰ ਜਗਮੀਤ ਸਿੰਘ ਨੂੰ ਲਗਾਤਾਰ ਸਰਕਾਰ ਪੱਖੀ ਕਾਮਰੇਡਾਂ ਅਤੇ ਸੱਜੇ ਪੱਖੀਆਂ ਵੱਲੋਂ ਖਾਲਿਸਤਾਨੀ ਗਰਦਾਨਿਆ ਜਾਂਦਾ ਰਿਹਾ ਹੈ ਅਤੇ ਹੁਣ ਗੁਰਮੇਰ ਕੌਰ ਲਈ ਵੀ ਅਜਿਹੀ ਸ਼ਬਦਾਵਲੀ ਵਰਤੀ ਜਾ ਰਹੀ ਹੈ। ਪੱਛਮੀ ਕੈਨੇਡਾ ਦੇ ਵਿੱਚ ਵੱਖਵਾਦੀਆਂ ਸੁਰਾਂ ਉੱਠਣੀਆਂ ਸ਼ੁਰੂ ਹੋ ਚੁੱਕੀਆਂ ਨੇ। ਖਾਸ ਤੌਰ 'ਤੇ ਫੈਡਰਲ ਚੋਣਾਂ ਤੋਂ ਬਾਅਦ ਇਹ ਸੁਰਾਂ ਤਿੱਖੀਆਂ ਹੋਈਆਂ ਨੇ। ਪੱਛਮੀ ਕੈਨੇਡਾ ਦੇ ਖਾਸ ਤੌਰ 'ਤੇ ਐਲਬਰਟਾ ਦੇ ਕਈ ਵਸਨੀਕ ਚਾਹੁੰਦੇ ਨੇ ਕਿ ਉਹਨਾਂ ਨੂੰ ਕੈਨੇਡਾ ਤੋਂ ਵੱਖ ਕਰ ਦਿੱਤਾ ਜਾਵੇ। ਉਹਨਾਂ ਦਾ ਕਹਿਣਾ ਹੈ ਕਿ ਫੈਡਰਲ ਸਰਕਾਰ ਉਹਨਾਂ ਦੀ ਉੱਕਾ ਹੀ ਸਾਰ ਨਹੀਂ ਲੈਂਦੀ ਅਤੇ ਫੈਡਰਲ ਸਰਕਾਰ ਦਾ ਮੁੱਖ ਧਿਆਨ ਕੁਬੈਕ ਅਤੇ ਓਨਟਾਰੀਓ ਵੱਲ ਹੀ ਰਹਿੰਦਾ ਹੈ ਅਤੇ ਪੱਛਮੀ ਕੈਨੇਡਾ ਦੀਆਂ ਲੋੜਾਂ ਨੂੰ ਅਕਸਰ ਵਿਸਾਰ ਦਿੱਤਾ ਜਾਂਦਾ ਹੈ, ਜਿਸ ਕਾਰਨ ਸੁਰਾਂ ਹੋਰ ਤਿੱਖੀਆਂ ਹੋਣੀਆਂ ਸ਼ੁਰੂ ਹੋ ਚੁੱਕੀਆਂ ਨੇ। ਇਸ ਦਾ ਵੱਡਾ ਕਾਰਨ ਇਹ ਹੈ ਕਿ ਟੋਰੀਆਂ ਨੂੰ ਇਹਨਾਂ ਫੈਡਰਲ ਚੋਣਾਂ ਵਿੱਚ ਮੂੰਹ ਦੀ ਖਾਣੀ ਪੈ ਗਈ ਹੈ। ਚੇਤੇ ਰਹੇ, ਐਲਬਰਟਾ ਵਿੱਚ ਟੋਰੀਆਂ ਦਾ ਵੱਡਾ ਆਧਾਰ ਹੈ ਅਤੇ BC ਵੀ ਪੱਛਮੀ ਸੂਬਾ ਹੈ, ਪਰੰਤੂ ਇੱਥੇ ਅਜਿਹੀ ਕੋਈ ਤਹਿਰੀਕ ਨਹੀਂ ਚੱਲ ਰਹੀ। ਉਲਟਾ BC ਦੀ ਉਪ ਮੁੱਖ ਮੰਤਰੀ ਕੈਰੋਲ ਜੇਮਸ ਨੇ ਇਹਨਾਂ ਤਾਕਤਾਂ ਨੂੰ ਮੂੰਹ ਬੰਦ ਕਰਨ ਲਈ ਆਖਿਆ ਹੈ ਅਤੇ ਏਕਤਾ ਦਾ ਸੁਨੇਹਾ ਦਿੱਤਾ ਹੈ। ਟੋਰਾਂਟੋ ਇਲਾਕੇ ਦੇ ਸਕੂਲਾਂ ਵਿੱਚ ਪੜ੍ਹਦੇ ਘੱਟ ਗਿਣਤੀ ਭਾਈਚਾਰੇ ਦੇ ਬੱਚੇ ਨਸਲਵਾਦ ਅਤੇ ਬੁਰਸ਼ਾਗਰੀ ਦਾ ਸਾਹਮਣਾ ਕਰਦੇ ਆ ਰਹੇ ਨੇ। ਖਾਸ ਤੌਰ 'ਤੇ ਹਾਈ ਸਕੂਲਾਂ ਵਿੱਚ ਪੜ੍ਹਦੇ ਇਹਨਾਂ ਬੱਚਿਆਂ ਨੂੰ ਰੋਜ਼ਾਨਾ ਨਸਲੀ ਤਾੜਨ ਦਾ ਸਾਹਮਣਾ ਕਰਨਾ ਪੈਂਦਾ ਹੈ। CBC ਨੇ ਇਸ ਸੰਬੰਧ ਵਿੱਚ ਇੱਕ ਰਿਪੋਰਟ ਨਸ਼ਰ ਕੀਤੀ ਹੈ। CBC ਦਾ ਕਹਿਣਾ ਹੈ ਕਿ ਅਨੇਕਾਂ ਵਾਰੀ ਇਹ ਵਿਦਿਆਰਥੀ ਚੁੱਪ ਰਹਿ ਜਾਂਦੇ ਨੇ ਅਤੇ ਇਸ ਬਾਰੇ ਵਿੱਚ ਕੁਝ ਵੀ ਕਹਿਣ ਤੋਂ ਕਤਰਾਉਂਦੇ ਨੇ। ਉਹਨਾਂ ਨੂੰ ਲੱਗਦਾ ਹੈ ਕਿ ਜੇ ਕੁਝ ਵੀ ਕਿਹਾ ਜਾਂ ਸ਼ਿਕਾਇਤ ਕੀਤੀ ਤਾਂ ਉਹਨਾਂ ਦੀ ਹੋਰ ਬੇਇੱਜ਼ਤੀ ਹੋਵੇਗੀ, ਜਿਸ ਕਾਰਨ ਉਹ ਅੰਦਰੋਂ ਇਸ ਗੱਲ ਨੂੰ ਲੈ ਕੇ ਚੁੱਪ ਰਹਿ ਕੇ ਗੁੱਟੇ ਰਹਿੰਦੇ ਨੇ ਅਤੇ ਇਹ ਮਾਮਲਾ ਪ੍ਰਕਾਸ਼ ਵਿੱਚ ਆਉਣ ਤੋਂ ਪਿੱਛੋਂ ਅਧਿਕਾਰੀਆਂ ਨੂੰ ਸੋਚਣਾ ਪਵੇਗਾ ਕਿ ਇਹਨਾਂ ਬੱਚਿਆਂ ਲਈ ਕੀ ਕੀਤਾ ਜਾਵੇ। ਕੁਬੈਕ ਦੇ ਵਿੱਚ ਇੱਕ ਸਕੂਲ 'ਚ ਕਿਤਾਬ 'ਚ ਸਿਆਹ ਨਸਲ ਦੇ ਲੋਕਾਂ ਲਈ N ਸ਼ਬਦ ਇਸਤੇਮਾਲ ਕੀਤੇ ਜਾਣ 'ਤੇ ਵਾਦ ਛਿੜ ਪਿਆ ਹੈ। ਦੱਸਿਆ ਜਾਂਦਾ ਕਿ ਗੈਟੀਨਿਊ ਇਲਾਕੇ ਦੇ ਇੱਕ ਬੱਚੇ ਨੂੰ ਉਸਦੇ ਸਕੂਲ ਵੱਲੋਂ ਪੜ੍ਹਨ ਲਈ ਕਿਤਾਬ ਦਿੱਤੀ ਗਈ ਸੀ। ਇਹ ਬੱਚਾ ਸਿਆਹ ਨਸਲ ਦਾ ਹੈ। ਜਦੋਂ ਬੱਚਾ ਕਿਤਾਬ ਲੈ ਕੇ ਘਰ ਪਹੁੰਚਿਆ ਤਾਂ ਉਸਦੇ ਬਾਪ ਨੇ
ਕਿਤਾਬ ਨੂੰ ਪੜ੍ਹਿਆ ਤਾਂ ਵੇਖਿਆ ਕਿ ਉਸ ਵਿੱਚ ਐਨ ਸ਼ਬਦ ਦਾ ਇਸਤੇਮਾਲ ਕੀਤਾ ਗਿਆ ਹੈ, ਭਾਵ ਸਿਆਲ ਨਸਲ ਦੇ ਲੋਕਾਂ ਨੂੰ ਨਿਗਰ ਆਖਿਆ ਗਿਆ ਹੈ, ਜਿਹੜਾ ਕਿ ਇਤਰਾਜ਼ਯੋਗ ਸ਼ਬਦ ਹੈ। ਉਸਨੇ ਇਸ ਮਾਮਲੇ ਨੂੰ ਲੈ ਕੇ ਮਨੁੱਖੀ ਅਧਿਕਾਰ ਦੇ ਟ੍ਰਾਈਬਿਊਨਲ ਦਾ ਦਰ ਖੜਕਾਇਆ ਹੈ। ਉਸ ਦਾ ਕਹਿਣਾ ਹੈ ਕਿ ਇਸ ਪੂਰੇ ਮਾਮਲੇ ਦੀ ਪੜਤਾਲ ਹੋਣੀ ਚਾਹੀਦੀ ਹੈ ਅਤੇ ਇਸ ਕਿਤਾਬ 'ਤੇ ਰੋਕ ਲਾਈ ਜਾਣੀ ਚਾਹੀਦੀ ਹੈ। ਮੌਂਟਰੀਆਲ ਵਿੱਚ ਇੱਕ ਘਰ ਵਿੱਚੋਂ ਬਰਾਮਦ ਕੀਤੀਆਂ ਗਈਆਂ 3 ਲਾਸ਼ਾਂ ਦੇ ਮਾਮਲੇ ਨਾਲ ਜੁੜੇ ਕੁਝ ਵੇਰਵੇ ਸਾਹਮਣੇ ਆਉਣੇ ਸ਼ੁਰੂ ਹੋਏ ਨੇ। ਚੇਤੇ ਰਹੇ, ਮੌਂਟਰੀਆਲ ਦੇ ਘਰ ਵਿੱਚੋਂ ਇੱਕ ਮਰਦ ਤੇ 2 ਬੱਚਿਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਸਨ। ਦੱਸਿਆ ਗਿਆ ਸੀ ਕਿ ਇਸ ਘਰ ਵਿੱਚ ਰਹਿੰਦੀ ਔਰਤ ਜਦੋਂ ਕੰਮ ਤੋਂ ਵਾਪਸ ਆਈ ਸੀ ਤਾਂ ਉਸਨੇ ਇਹਨਾਂ ਲਾਸ਼ਾਂ ਨੂੰ ਵੇਖ ਕੇ ਪੁਲਿਸ ਨੂੰ ਕਾਲ ਕੀਤਾ ਸੀ, ਜਿਸ ਤੋਂ ਪਿੱਛੋਂ ਮਾਮਲੇ ਦੀ ਪੜਤਾਲ ਆਰੰਭ ਦਿੱਤੀ ਗਈ ਸੀ। ਪਤਾ ਲੱਗਾ ਹੈ ਕਿ ਮਰਨ ਵਾਲਾ ਵਿਅਕਤੀ ਇਹਨਾਂ ਬੱਚਿਆਂ ਦਾ ਬਾਪ ਸੀ ਤੇ ਉਕਤ ਔਰਤ ਇਹਨਾਂ ਬੱਚਿਆਂ ਦੀ ਮਾਂ ਸੀ ਅਤੇ ਹੋ ਸਕਦਾ ਹੈ ਘਰੇਲੂ ਹਿੰਸਾ ਦਾ ਮਾਮਲਾ ਹੋਵੇ। ਪੁਲਿਸ ਦਾ ਅਨੁਮਾਨ ਹੈ ਕਿ ਇਹ ਹੱਤਿਆਵਾਂ ਤੇ ਆਤਮ ਹੱਤਿਆ ਦਾ ਮਾਮਲਾ ਹੈ। ਪੁਲਿਸ ਦਾ ਮੰਨਣਾ ਹੈ ਕਿ ਉਕਤ ਵਿਅਕਤੀ ਨੇ ਇਹਨਾਂ ਬੱਚਿਆਂ ਨੂੰ ਕਤਲ ਕਰਨ ਤੋਂ ਪਿੱਛੋਂ ਆਪਣੀ ਜਾਨ ਲੈ ਲਈ ਹੈ। ਅਜਿਹਾ ਕਿਉਂ ਹੋਇਆ ਇਹ ਅਜੇ ਪਤਾ ਨਹੀਂ ਲੱਗ ਸਕਿਆ, ਪਰੰਤੂ ਮਾਮਲੇ ਦੀ ਪੜਤਾਲ ਜਾਰੀ ਹੈ। ਕੈਨੇਡਾ ਦੇ ਸਤਿਕਾਰਤ ਮੂਲ ਵਾਸੀ ਆਗੂ ਲੂਈ ਰਿਆਲ ਦੇ ਨਾਂ 'ਤੇ ਸਿੱਕਾ ਜਾਰੀ ਕਰ ਦਿੱਤਾ ਗਿਆ ਹੈ। ਲੂਈ ਰਿਆਲ ਮੇਟੀ ਭਾਈਚਾਰੇ ਦਾ ਇੱਕ ਸਿਰਕੱਢ ਆਗੂ ਸੀ, ਜਿਸ ਨੇ ਨਸਲਵਾਦ ਤੇ ਬਸਤੀਵਾਦ ਦੇ ਖਿਲਾਫ ਲੜਾਈ ਲੜੀ ਸੀ ਤੇ ਇਸ ਦੇ ਲਈ ਉਸ ਨੂੰ 1885 ਵਿੱਚ ਫਾਂਸੀ ਲਾ ਕੇ ਸ਼ਹੀਦ ਕਰ ਦਿੱਤਾ ਗਿਆ ਸੀ ਅਤੇ ਉਸ ਨੂੰ ਮੈਨੀਟੋਬਾ ਦਾ ਬਾਨੀ ਵੀ ਕਿਹਾ ਜਾਂਦਾ ਹੈ ਅਤੇ ਉਸ ਨੂੰ ਸਮਰਪਿਤ ਇੱਕ ਸਿੱਕਾ ਜਾਰੀ ਕਰ ਦਿੱਤਾ ਗਿਆ ਹੈ। ਉਸ ਦੇ 175ਵੇਂ ਜਨਮਦਿਨ ਦੇ ਮੌਕੇ 'ਤੇ ਇਹ ਸਿੱਕਾ ਜਾਰੀ ਕੀਤਾ ਗਿਆ, ਜਿਸ ਵਿੱਚ ਮੇਟੀ ਭਾਈਚਾਰੇ ਦੀ ਮਿਚਿਫ ਭਾਸ਼ਾ ਵੀ ਇਸਤੇਮਾਲ ਕੀਤੀ ਗਈ ਹੈ। ਬਰਨਬੀ ਦੀ ਇੱਕ ਸੁਰੱਖਿਆ ਕੰਪਨੀ ਦੇ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਤਨਖਾਹ ਮਾਰ ਲਈ ਗਈ ਹੈ। ਤਕਰੀਬਨ 67 ਮੁਲਾਜ਼ਮਾਂ ਦਾ ਕਹਿਣਾ ਹੈ ਕਿ ਉਕਤ ਕੰਪਨੀ ਵੱਲੋਂ ਉਹਨਾਂ ਦੀ ਤਨਖਾਹ ਮਾਰ ਲਈ ਗਈ ਹੈ ਅਤੇ ਜੁਲਾਈ ਮਹੀਨੇ ਤੋਂ ਹੀ ਉਹ ਆਪਣੀ ਤਨਖਾਹ ਉਡੀਕ ਰਹੇ ਨੇ। ਉਹਨਾਂ ਦਾ ਕਹਿਣਾ ਹੈ ਕਿ ਅਨੇਕਾਂ ਮੁਲਾਜ਼ਮਾਂ ਦੇ ਚੈੱਕ ਬਾਉਂਸ ਹੋ ਚੁੱਕੇ ਨੇ, ਜਿਸ ਕਾਰਨ ਚਿੰਤਾ ਬਣੀ ਹੋਈ ਹੈ। ਉਹਨਾਂ ਵੱਲੋਂ ਅਧਿਕਾਰੀਆਂ ਨੂੰ ਇਸ ਬਾਰੇ ਵੀ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਉਹਨਾਂ ਦਾ ਕਹਿਣਾ ਹੈ ਕਿ ਉਸ ਕੰਪਨੀ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਤੇ ਉਹਨਾਂ ਨੂੰ ਉਹਨਾਂ ਦੇ ਬਣਦੇ ਪੈਸੇ ਦਿਵਾਏ ਜਾਣ। ਲੈਂਗਲੀ ਦੇ ਵਿੱਚ ਇੱਕ ਵਿਅਕਤੀ ਦੀ ਪੁਲਿਸ ਹੱਥੋਂ ਮੌਤ ਹੋਈ ਹੈ। ਲੈਂਗਲੀ ਵਿੱਚ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਇੱਕ ਵਿਅਕਤੀ ਨੇ ਨਸ਼ਾ ਕੀਤਾ ਹੋਇਆ ਹੈ ਤੇ ਹਿੰਸਾ ਕਰ ਰਿਹਾ ਹੈ। ਜਦੋਂ ਪੁਲਿਸ ਮੌਕੇ 'ਤੇ ਪਹੁੰਚੀ ਤਾਂ ਉਹ ਹਿੰਸਾ 'ਤੇ ਉਤਰ ਆਇਆ। ਪੁਲਿਸ ਉਸ ਨੂੰ ਹਿਰਾਸਤ ਵਿੱਚ ਲੈਣ ਦੀ ਕੋਸ਼ਿਸ਼ ਕਰ ਰਹੀ ਸੀ, ਜਿਸ ਦੌਰਾਨ ਉਸ ਦਾ ਪੁਲਿਸ ਨਾਲ ਝਗੜਾ ਹੋ ਗਿਆ ਅਤੇ ਪੁਲਿਸ ਉੱਥੋਂ ਉਸ ਦੀ ਮੌਤ ਹੋ ਗਈ ਹੈ। ਹੁਣ ਇਸ ਮਾਮਲੇ ਦੀ ਪੜਤਾਲ ਇੰਡੀਪੈਂਡੈਂਟ ਇਨਵੈਸਟੀਗੇਸ਼ਨ ਆਫਿਸ ਵੱਲੋਂ ਕੀਤੀ ਜਾਵੇਗੀ। ਇਹ ਉਹ ਸੰਸਥਾ ਹੈ ਜਿਸ ਨੂੰ ਪੁਲਿਸ ਉੱਥੋਂ ਹੋਣ ਵਾਲੀਆਂ ਮੌਤਾਂ ਦੀ ਨਿਰਪੱਖ ਪੜਤਾਲ ਲਈ ਕਾਇਮ ਕੀਤਾ ਗਿਆ ਸੀ। ਕੋਕਿਡਲਮ ਵਿੱਚ ਦੋਹਰੇ ਕਤਲ ਦਾ ਮਾਮਲਾ ਪ੍ਰਕਾਸ਼ ਵਿੱਚ ਆਇਆ ਹੈ। ਕੋਕਿਡਲਮ ਵਿੱਚ 2 ਵਿਅਕਤੀਆਂ ਨੂੰ ਮ੍ਰਿਤਕ ਪਾਇਆ ਗਿਆ ਹੈ। ਪੁਲਿਸ ਦਾ ਮੰਨਣਾ ਹੈ ਕਿ ਕਤਲ ਦਾ ਮਾਮਲਾ ਹੈ। ਪੁਲਿਸ ਦਾ ਕਹਿਣਾ ਹੈ ਕਿ ਦੋਨੇ ਵਿਅਕਤੀ ਇੱਕ ਦੂਜੇ ਨੂੰ ਜਾਣਦੇ ਸਨ। ਅਜੇ ਤੱਕ ਕਿਸੇ ਵੀ ਸ਼ੱਕੀ ਵਿਅਕਤੀ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ, ਪਰੰਤੂ ਮਾਮਲੇ ਦੀ ਗੰਭੀਰਤਾ ਨਾਲ ਪੜਤਾਲ ਆਰੰਭ ਦਿੱਤੀ ਗਈ ਹੈ ਅਤੇ ਪੁਲਿਸ ਦੇ ਕਤਲਾਂ ਦੀ ਰੋਕਥਾਮ ਲਈ ਬਣੇ ਵਿਸ਼ੇਸ਼ ਦਸਤੇ ਆਈਹਿਟ ਨੇ ਇਸ ਮਾਮਲੇ ਦੀ ਪੜਤਾਲ ਆਪਣੇ ਹੱਥ ਵਿੱਚ ਲੈ ਲਈ ਹੈ। ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਦੇ ਸੰਬੰਧ ਵਿੱਚ ਬਰੈਂਪਟਨ ਦੀ ਇੱਕ ਸੜਕ ਨੂੰ ਗੁਰੂ ਨਾਨਕ ਦੇਵ ਜੀ ਦਾ ਨਾਂ ਦਿੱਤਾ ਜਾ ਰਿਹਾ ਹੈ। ਬਰੈਂਪਟਨ ਦੀ ਸਿਟੀ ਕੌਂਸਲ ਨੇ ਇਸ ਸੰਬੰਧ ਵਿੱਚ ਸਰਬਸੰਮਤੀ ਨਾਲ ਮਤਾ ਪਾਸ ਕਰ ਲਿਆ ਹੈ। ਇਹ ਮਤਾ ਗੁਰਪ੍ਰੀਤ ਸਿੰਘ ਢਿੱਲੋਂ ਵੱਲੋਂ ਲਿਆਇਆ ਗਿਆ ਸੀ ਅਤੇ ਮਤੇ ਵਿੱਚ ਮੰਗ ਕੀਤੀ ਗਈ ਸੀ ਕਿ ਬਰੈਂਪਟਨ ਦੀ ਕਿਸੇ ਸੜਕ ਨੂੰ ਗੁਰੂ ਨਾਨਕ ਦੇਵ ਜੀ ਦਾ ਨਾਂ ਦਿੱਤਾ ਜਾਵੇ। ਲਿਹਾਜ਼ਾ ਹੁਣ ਬਰੈਂਪਟਨ ਦੇ ਵਿੱਚ ਗੁਰੂ ਨਾਨਕ ਸਟਰੀਟ ਕਾਇਮ ਕੀਤੀ ਜਾ ਰਹੀ ਹੈ, ਜਿਸ ਨਾਲ ਸਿੱਖ ਭਾਈਚਾਰੇ ਵਿੱਚ ਕਾਫੀ ਉਤਸ਼ਾਹ ਹੈ। ਵੈਨਕੂਵਰ ਦੇ ਇੱਕ ਸਿਟੀ ਕੌਂਸਲਰ ਨੇ ਮੰਗ ਕੀਤੀ ਹੈ ਕਿ ਹੈਲੋਵੀਨ ਦੇ ਮੌਕੇ 'ਤੇ ਆਤਿਸ਼ਬਾਜ਼ੀ 'ਤੇ ਰੋਕ ਲਾਈ ਜਾਵੇ। ਪੀਟ ਫਰਾਈ ਨੇ ਇਸ ਸੰਬੰਧ ਵਿੱਚ ਮਤਾ ਲਿਆਂਦਾ ਹੈ। ਮਤੇ ਵਿੱਚ ਮੰਗ ਕੀਤੀ ਗਈ ਹੈ ਕਿ ਹੈਲੋਵੀਨ ਦੇ ਮੌਕੇ 'ਤੇ ਪਟਾਕੇ ਚਲਾਉਣ 'ਤੇ ਰੋਕ ਲਾਈ ਜਾਵੇ। ਪੀਟ ਫਰਾਈ ਦਾ ਕਹਿਣਾ ਕਿ ਇਸ ਨਾਲ ਨਾ ਸਿਰਫ ਵਾਤਾਵਰਣ ਪ੍ਰਦੂਸ਼ਿਤ ਹੁੰਦਾ ਹੈ, ਸਗੋਂ ਲੋਕਾਂ ਵਿੱਚ ਖਾਮਖਾਹ ਦਾ ਡਰ ਵੀ ਪੈਦਾ ਹੁੰਦਾ ਹੈ ਅਤੇ ਇਸ ਨਾਲ ਹਵਾ ਦਾ ਪ੍ਰਦੂਸ਼ਣ ਤਾਂ ਹੁੰਦਾ ਹੀ ਹੈ, ਸਗੋਂ ਆਵਾਜ਼ ਦਾ ਪ੍ਰਦੂਸ਼ਣ ਵੀ ਫੈਲਦਾ ਹੈ ਅਤੇ ਇਸ ਦੀ ਰੋਕਥਾਮ ਦੇ ਲਈ ਹੈਲੋਵੀਨ ਦੇ ਮੌਕੇ 'ਤੇ ਆਤਿਸ਼ਬਾਜ਼ੀ 'ਤੇ ਰੋਕ ਲਾ ਦਿੱਤੀ ਜਾਵੇ। ਉਸ ਦਾ ਕਹਿਣਾ ਹੈ ਕਿ ਅਜਿਹੀ ਆਤਿਸ਼ਬਾਜ਼ੀ ਨਾਲ ਨਾ ਸਿਰਫ ਹੈਲੋਵੀਨ ਦੇ ਮੌਕੇ 'ਤੇ ਸਗੋਂ ਦੀਵਾਲੀ ਦੇ ਮੌਕੇ 'ਤੇ ਵੀ ਧੂੰਆਂ ਫੈਲ ਜਾਂਦਾ ਹੈ ਅਤੇ ਇਹ ਇੱਕ ਮਾੜਾ ਰੁਝਾਨ ਹੈ। ਤੇ ਅੰਤ ਵਿੱਚ ਤਬਸਰਾ। ਜਿਸ ਤਰੀਕੇ ਨਾਲ ਗੁਰਮੇਹਰ ਕੌਰ ਦੀ ਭੰਡੀ ਕੀਤੀ ਜਾ ਰਹੀ ਹੈ, ਇਸ ਮਾਮਲੇ ਨੂੰ ਵੇਖਦਿਆਂ ਕੈਨੇਡਾ ਦੇ ਲੋਕਾਂ ਨੂੰ ਗੁਰਮੇਹਰ ਕੌਰ ਦੀ ਬਾਂਹ ਫੜਨੀ ਚਾਹੀਦੀ ਹੈ। ਗੁਰਮੇਹਰ ਕੌਰ ਭਾਰਤ ਦੀ ਇੱਕ ਚਰਚਿਤ ਲੇਖਕ ਤੇ ਵਿਦਿਆਰਥੀ ਕਾਰਕੁਨ ਹੈ। ਉਸ ਦਾ ਕਸੂਰ ਸਿਰਫ ਇੰਨਾ ਹੀ ਹੈ ਕਿ ਉਸਨੇ ਜਗਮੀਤ ਸਿੰਘ ਦੀ ਤਾਰੀਫ ਕੀਤੀ ਸੀ ਅਤੇ ਉਸ ਨੂੰ ਪ੍ਰੇਰਣਾ ਸਰੋਤ ਕਿਹਾ ਸੀ। ਜਗਮੀਤ ਸਿੰਘ NDP ਦੇ ਕੌਮੀ ਨੇਤਾ ਨੇ। ਉਹ ਇਸ ਅਹੁਦੇ 'ਤੇ ਪਹੁੰਚਣ ਵਾਲੇ ਪਹਿਲੇ ਦਸਤਾਰਧਾਰੀ ਸਿੱਖ ਨੇ, ਜਿਸ ਕਾਰਨ ਅਨੇਕਾਂ ਨੌਜਵਾਨਾਂ ਲਈ ਪ੍ਰੇਰਣਾ ਸਰੋਤ ਨੇ। ਗੁਰਮੇਹਰ ਕੌਰ ਨੇ ਕੁਝ ਵੀ ਗਲਤ ਨਹੀਂ ਸੀ ਕੀਤਾ। ਉਸਨੇ ਸਿਰਫ ਇੰਨਾ ਹੀ ਕਿਹਾ ਸੀ ਕਿ ਸਾਡੇ ਪ੍ਰੇਰਣਾ ਸਰੋਤ ਹੋ, ਅਤੇ ਇਸ ਗੱਲ ਨੂੰ ਲੈ ਕੇ ਸੱਜੇ ਪੱਖੀ ਕਾਰਕੁਨਾਂ ਨੇ ਉਸ ਉੱਪਰ ਖਾਮਖਾਹ ਹਮਲੇ ਸ਼ੁਰੂ ਕਰ ਦਿੱਤੇ ਨੇ ਤੇ ਉਸ ਨੂੰ ਖਾਲਿਸਤਾਨੀ ਵੀ ਕਹਿ ਦਿੱਤਾ ਹੈ। ਜ਼ਿਕਰਯੋਗ ਹੈ ਕਿ ਇਹ ਤਾਕਤਾਂ ਪਹਿਲਾਂ ਵੀ ਜਗਮੀਤ ਸਿੰਘ ਨੂੰ ਖਾਲਿਸਤਾਨੀ ਕਹਿ ਕੇ ਭੰਡਦੀਆਂ ਆਈਆਂ ਨੇ। ਜਗਮੀਤ ਸਿੰਘ ਦਾ ਕਸੂਰ ਇਹ ਹੈ ਕਿ ਉਸਨੇ ਹਮੇਸ਼ਾ ਦੱਬੀਆਂ ਕੁਚਲੀਆਂ ਕੌਮਾਂ ਨੂੰ ਸਵੈ ਨਿਰਣੇ ਦਾ ਹੱਕ ਦਿਵਾਉਣ ਦੀ ਵਕਾਲਤ ਕੀਤੀ ਹੈ ਅਤੇ 1984 ਦੇ ਸਿੱਖ ਵਿਰੋਧੀ ਕਤਲੇਆਮ ਦੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਇਨਸਾਫ ਦਿਵਾਉਣ ਦੀ ਗੱਲ ਕਰਦੇ ਆਏ ਨੇ, ਜਿਸ ਕਾਰਨ ਭਾਰਤ ਸਰਕਾਰ ਨੇ ਉਹਨਾਂ ਦਾ ਵੀਜ਼ਾ ਵੀ ਰੋਕ ਲਿਆ ਸੀ।
ਪਰੰਤੂ ਹੁਣ ਸੱਜੇ ਪੱਖੀਆਂ ਨੇ ਖੁੱਲ੍ਹ ਤੌਰ ਤੇ ਉਹਨਾਂ ਨੂੰ ਖਾਲਿਸਤਾਨੀ ਕਹਿ ਕੇ ਉਹਨਾਂ ਦੀ ਭੰਡੀ ਕਰਨੀ ਸ਼ੁਰੂ ਕਰ ਦਿੱਤੀ ਹੈ ਅਤੇ ਇੱਥੋਂ ਤੱਕ ਕਿ ਉਹਨਾਂ ਦੀ ਤਾਰੀਫ ਕਰਨ ਵਾਲਿਆਂ ਬਾਰੇ ਵੀ ਅਜਿਹੇ ਸ਼ਬਦ ਵਰਤੇ ਜਾ ਰਹੇ ਨੇ। ਗੁਰਮੇਲ ਕੌਰ ਨੂੰ ਤੇ ਜਗਮੀਤ ਸਿੰਘ ਨੂੰ ਅਜਿਹੇ ਲੋਕਾਂ ਤੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ। ਗੁਰਮੇਲ ਕੌਰ ਦੇ ਪਿਤਾ ਇੱਕ ਫੌਜੀ ਸਨ ਅਤੇ ਅੱਤਵਾਦੀ ਹਮਲੇ ਵਿੱਚ ਮਾਰੇ ਗਏ ਸਨ ਅਤੇ ਉਹ ਕਿਸੇ ਵੀ ਤਰ੍ਹਾਂ ਰਾਸ਼ਟਰਵਾਦੀਆਂ ਨਾਲੋਂ ਘੱਟ ਨਹੀਂ। ਇਸੇ ਤਰ੍ਹਾਂ ਜਗਮੀਤ ਸਿੰਘ ਦੇ ਦਾਦਾ ਜੀ ਸੇਵਾ ਸਿੰਘ ਠੀਕਰੀਵਾਲਾ ਨੇ ਆਜ਼ਾਦੀ ਦੀ ਲੜਾਈ ਵਿੱਚ ਹਿੱਸਾ ਪਾਇਆ ਸੀ ਤੇ ਜੇਲ੍ਹ ਵਿੱਚ ਸ਼ਹੀਦ ਹੋਏ ਸਨ। ਜਦੋਂ ਕਿ ਸੱਜੇ ਪੱਖੀ ਤਾਕਤਾਂ ਦੇ ਵੱਡੇ ਆਗੂ ਤੇ ਭਾਰਤੀ ਜਨਤਾ ਪਾਰਟੀ ਵਰਗੀਆਂ ਪਾਰਟੀਆਂ ਦੇ ਬਾਨੀਆਂ ਨੇ ਕਦੇ ਵੀ ਆਜ਼ਾਦੀ ਲੜਾਈ ਵਿੱਚ ਹਿੱਸਾ ਨਹੀਂ ਸੀ ਪਾਇਆ, ਉਲਟਾ ਬਰਤਾਨਵੀ ਹੁਕੂਮਤ ਦਾ ਸਾਥ ਹੀ ਦਿੱਤਾ ਸੀ। ਅਜਿਹੇ ਲੋਕਾਂ ਨੂੰ ਕੀ ਹੱਕ ਹੈ ਕਿਸੇ ਨੂੰ ਖਾਲਿਸਤਾਨੀ ਕਹਿਣ ਜਾਂ ਦੇਸ਼ ਵਿਰੋਧੀ। ਸਗੋਂ ਕੈਨੇਡਾ ਦੇ ਵਿੱਚ ਹੁਣ ਲੋਕਾਂ ਨੂੰ ਜਿਨ੍ਹਾਂ ਨੇ ਖੁੱਲ੍ਹ ਕੇ ਜਗਮੀਤ ਸਿੰਘ ਦੀ ਹਮਾਇਤ ਕੀਤੀ ਸੀ ਉਹਨਾਂ ਨੂੰ ਗੁਰਮੇਲ ਕੌਰ ਦੀ ਬਾਂਹ ਫੜਨੀ ਚਾਹੀਦੀ ਹੈ, ਸੁਲਤਾਨ ਖੜਨਾ ਚਾਹੀਦਾ ਅਤੇ ਠੋਕ ਕੇ ਕਹਿਣਾ ਚਾਹੀਦਾ ਕਿ ਜੇਕਰ ਉਹ ਖਾਲਿਸਤਾਨੀ ਹੈ ਤਾਂ ਫਿਰ ਅਸੀਂ ਸਾਰੇ ਹੀ ਖਾਲਿਸਤਾਨੀ ਹਾਂ। ਇਹ ਸਨ ਅੱਜ ਦੀਆਂ ਅਪਡੇਟਸ। ਗੁਰਪ੍ਰੀਤ ਸਿੰਘ ਨੂੰ ਦਿਓ ਇਜਾਜ਼ਤ।